ਅਜੀਤ ਵੈਬ ਟੀਵੀ ਵੇਖ ਰਹੇ ਦਰਸ਼ਕੋ, ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ। ਮੁਲਾਕਾਤਾਂ ਦੇ ਸਿਲਸਿਲੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਚੇਤਨਪੁਰਾ ਦੇ ਵਿੱਚ। ਇੱਥੇ ਅਸੀਂ ਤੁਹਾਨੂੰ ਮਿਲਵਾਵਾਂਗੇ ਸੁਖਵੰਤ ਚੇਤਨਪੁਰੀ ਜੀ, ਜੋ ਗਾਇਕ ਨੇ, ਗੀਤਕਾਰ ਨੇ, ਲੇਖਕ ਨੇ। ਯੂਨੀਅਨ ਦੇ ਵਿੱਚ ਆਗੂ ਦੇ ਤੌਰ ਤੇ ਇਹਨਾਂ ਦਾ ਜਿਹੜਾ ਪਰਿਵਾਰ ਆ ਉਹ ਦੇਸ਼ ਭਗਤਾਂ ਦੇ ਪਰਿਵਾਰ ਦੇ ਨਾਲ ਜੁੜਦਾ, ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਗਾਇਕੀ ਬਾਰੇ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਆਓ ਮਿਲਦੇ ਹਾਂ ਸੁਖਵੰਤ ਚੇਤਨਪੁਰੀ ਹੋਰਾਂ ਨੂੰ। ਪਿਆਰੇ ਦਰਸ਼ਕੋ, ਸਾਡੇ ਨਾਲ ਮੌਜੂਦ ਨੇ ਸੁਖਵੰਤ ਚੇਤਨਪੁਰੀ ਜੀ, ਤੇ ਆਓ ਇਹਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਅਸੀਂ ਇਹਨਾਂ ਕੋਲੋਂ ਜਾਣਦੇ ਹਾਂ। ਇਹ ਚੇਤਨਪੁਰੀ ਜੀ, ਸਭ ਤੋਂ ਪਹਿਲਾਂ ਅਜੀਤ ਵੈਬ ਟੀਵੀ ਵੱਲੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ। ਤੁਹਾਡਾ ਵੀ ਧੰਨਵਾਦ ਔਲਖ ਸਾਹਿਬ। ਤੁਸੀਂ ਗ੍ਰਹਿਖਾਨੇ ਮੇਰੇ ਵਿੱਚ ਮਤਲਬ ਜਿਹੜੇ ਚਰਨ ਪਾਏ ਨੇ। ਮੈਂ ਤਾਂ ਮਤਲਬ ਸੋਚ ਰਿਹਾ ਵੀ ਬੜੇ ਚਿਰਾਂ ਤੋਂ ਆਪਾਂ ਜਿਹੜੇ ਚਾਹੁੰਦੇ ਹਾਂ ਵੀ ਤੁਸੀਂ ਮੇਰੇ ਦੋਸਤ ਰਹੇ ਜੋ, ਅਤੇ ਉਹਦੇ ਕਰਕੇ ਤੁਸੀਂ ਆਏ ਜੋ, ਅਤੇ ਮੈਨੂੰ ਬਹੁਤ ਖੁਸ਼ੀ ਆ। ਚੇਤਨਪੁਰ ਜੀ, ਆਪਾਂ ਸ਼ੁਰੂ ਕਰਾਂਗੇ ਤੁਹਾਡਾ ਜਿਹੜਾ ਬਚਪਨ ਆ, ਬਚਪਨ ਆਪਣਾ ਜਿਹੜਾ ਤੁਹਾਡਾ ਪਰਿਵਾਰ ਆ, ਪਰਿਵਾਰਕ ਪਿਛੋਕੜ ਬਾਰੇ ਜਿਹੜੇ ਆ ਉਹ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਔਲਖ ਸਾਹਿਬ, ਗੱਲ ਇੰਝ ਆ ਵੀ ਮੈਂ ਜਦੋਂ ਵੀ ਇਸ ਘਰ 'ਚ ਹੋਸ਼ ਸੰਭਾਲੀ ਆ, ਅਤੇ ਜ਼ਿਆਦਾ ਸਾਡਾ ਕਾਮਰੇਟੀ ਵਾਲਾ ਪਰਿਵਾਰ ਸੀ, ਕਾਮਰੇਟਾਂ ਦਾ। ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਹੀ ਜਿਹੜੇ ਆ ਉਹੀ ਸੁਣੇ ਨੇ, ਅਤੇ ਉਹੀ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਇਹ ਸੋਚਿਆ ਵੀ ਕੋਈ ਸਮਾਜ ਦਾ ਜਿਹੜਾ ਕੰਮ ਆ, ਜੇ ਸਾਡੇ ਬਜ਼ੁਰਗਾਂ ਨੇ ਕੀਤਾ ਅਤੇ ਸਾਨੂੰ ਵੀ ਕਰਨਾ ਚਾਹੀਦਾ। ਅਤੇ ਇਸ ਕਰਕੇ ਉੱਧਰ ਨੂੰ ਹੀ ਲੱਗੇ ਹਾਂ। ਹੋਰ ਵੀ ਜੇ ਆਪਾਂ ਪੜ੍ਹਾਈ ਲੈਵਲ ਦੇ ਉੱਤੇ ਜਦੋਂ ਗਏ ਹਾਂ, ਉਦੋਂ ਵੀ ਯੂਨੀਅਨ ਦੇ ਵਿੱਚ ਮਤਲਬ ਜਿੰਨੀਆਂ ਜਥੇਬੰਦੀਆਂ ਸੀ ਉਹਨਾਂ ਦੇ ਵਿੱਚ ਕੰਮ ਕੀਤਾ। ਜੇ ਗਾਇਕੀ ਲਾਈਨ ਦੇ ਵਿੱਚ ਗਏ ਹਾਂ, ਉੱਥੇ ਵੀ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ। ਅਤੇ ਕਦੀ ਵੀ ਮਤਲਬ ਆਪਣਾ ਨਿਰਸਵਾਰਥ ਕੀਤਾ, ਕੋਈ ਆਪਣੇ ਸਵਾਰਥ ਵਾਸਤੇ ਨਹੀਂ ਕੀਤਾ। ਮਨ 'ਚ ਇਹ ਸੋਚਿਆ ਵੀ ਲੋਕਾਂ ਦਾ, ਕਿਸੇ ਦਾ ਜੇ ਸਾਡੇ ਕੋਲੋਂ ਕੁਝ ਭਲਾ ਹੋ ਜੇ ਅਤੇ ਚਲੋ ਸਾਡਾ ਵੀ ਜੀਵਨ ਅਸੀਂ ਸਫਲ ਹੋ ਜੇ। ਇਹ ਤੁਸੀਂ ਦੱਸਿਆ ਵੀ ਕਾਮਰੇਡੀ ਸੋਚ ਜਿਹੜੀ ਉਹ ਸ਼ੁਰੂ ਤੋਂ ਰਹੀ, ਲੋਕ ਪੱਖੀ ਸੋਚ ਹੁੰਦੀ ਆ ਇਹ। ਅਤੇ ਜੇ ਅਸੀਂ ਕਾਮਰੇਡ ਸੋਹਣ ਸਿੰਘ ਜੋਸ਼ ਹੋਣਾ ਦੀ ਗੱਲ ਕਰਦੇ ਹਾਂ, ਤੁਹਾਡਾ ਪਰਿਵਾਰ ਪਿਛੋਕੜ ਜਿਹੜਾ ਉਹਨਾਂ ਨਾਲ ਜੁੜਦਾ, ਅਤੇ ਉਹ ਥੋੜ੍ਹਾ ਜਿਹਾ ਤੁਸੀਂ ਉਹਨਾਂ ਬਾਰੇ ਵੀ ਚਾਨਣਾ ਪਾਓ। ਉਹ ਮੇਰੇ ਦਾਦਾ ਜੀ ਦੇ ਭਰਾ ਸੀ, ਕਾਮਰੇਡ ਜੋਸ਼ ਜੀ, ਅਤੇ ਸਾਡਾ ਪਰਿਵਾਰ ਸਾਰਾ ਇਕੱਠਾ ਸੀ। ਮੈਂ ਇਹ ਸਾਰੇ ਆਪਣਾ ਤਿੰਨਾਂ ਮੇਰੇ ਜਿਹੜੇ ਦਾਦਾ ਜੀ ਸੀ, ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਵੱਡਾ ਸਾਂ। ਅਤੇ ਮੈਂ ਇਹ ਸਾਰਾ ਕੁਝ ਜੋ ਵੀ ਉਹਨਾਂ ਤੋਂ ਜਦੋਂ ਆਉਂਦੇ ਸੀ, ਅਤੇ ਮੈਨੂੰ ਕੁਝ ਜ਼ਿਆਦਾ ਸਿੱਖਣ ਦਾ ਮੌਕਾ ਉਹਨਾਂ ਕੋਲ ਮਿਲਿਆ, ਕਿਉਂਕਿ ਮੈਂ ਉਹਨਾਂ ਦੇ ਲਾਗੇ ਬੈਠਦਾ ਸਾਂ। ਫਿਰ ਜ਼ਿਆਦਾ ਤਾਂ ਉਹ ਦਿੱਲੀ ਰਹੇ ਨੇ, ਪਰ ਜਿੰਨਾ ਚਿਰ ਵੀ ਸਾਡੇ ਕੋਲ ਆਏ ਨੇ, ਜਦੋਂ ਉਹਨਾਂ ਕੋਲ ਮੈਂ ਕੁਝ ਨਾ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਆ। ਇਹ ਤੁਹਾਡਾ ਜਿਹੜਾ ਪੜ੍ਹਾਈ ਅਤੇ ਜਿਹੜੀ ਉੱਚ ਸਿੱਖਿਆ ਪ੍ਰਾਪਤ ਕੀਤੀ, ਉਹ ਕਿੱਥੋਂ ਅਤੇ ਕਿਵੇਂ ਫਿਰ ਹੋਇਆ ਜੀ? ਮੁੱਢਲੀ ਵਿੱਦਿਆ ਤਾਂ ਮੇਰੀ ਇੱਥੇ ਚੇਤਨਪੁਰਾ ਦੇ ਵਿੱਚ ਹੀ ਜਿਹੜਾ ਮਿਡਲ ਇੱਥੋਂ ਕੀਤੀ, ਅਤੇ ਜਿਹੜੀ 10ਵੀਂ ਸੀ ਉਹ ਸੰਗਤਪੁਰਾ ਹਾਈ ਸਕੂਲ ਦੇ ਵਿੱਚੋਂ, ਅਤੇ ਉਦੋਂ ਮਗਰੋਂ DAV ਕਾਲਜ ਅੰਮ੍ਰਿਤਸਰ ਦੇ ਵਿੱਚੋਂ ਜਿਹੜਾ ਉਹ ਗ੍ਰੈਜੂਏਸ਼ਨ ਕਰਕੇ, ਅਤੇ ਹੋਰ ਵੀ ਕਈ ਟੈਕਨੀਕਲ ਜਿਸ ਤਰ੍ਹਾਂ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ, ਰੇਡੀਓ TV, ਮਕੈਨੀਕਲ ਇੰਜੀਨੀਅਰਿੰਗ ਵਗੈਰਾ ਕਈ ਮਤਲਬ ਕੀਤੀਆਂ ਨੇ। ਅਤੇ ਜਿਹੜਾ ਇਹ ਗਾਇਕੀ ਦਾ ਸ਼ੌਂਕ ਆ, ਇਹ ਤੁਹਾਨੂੰ ਕਿਵੇਂ ਪਿਆ? ਗਾਇਕੀ ਦੇ ਕੁਦਰਤੀ, ਜਿਸ ਤਰ੍ਹਾਂ ਸਾਰੇ ਕਹਿੰਦੇ ਆ ਵੀ ਆਪਾਂ ਨੂੰ ਸਕੂਲ ਲੈਵਲ ਤੋਂ ਹੀ ਪੈ ਜਾਂਦਾ, ਬਾਲ ਸਭਾਵਾਂ ਦੇ ਵਿੱਚ ਹੀ, ਅਤੇ ਉਹ ਉਸ ਲੈਵਲ ਤੋਂ ਹੀ ਆਪਾਂ ਨੂੰ ਪੈ ਗਿਆ। ਫਿਰ ਇੱਥੇ ਪਿੰਡ ਦੇ ਵਿੱਚ ਵੀ ਇੱਕ ਦੋ ਮੇਰੇ ਸੱਜਣ ਸੀ, ਅਸੀਂ ਉਹ ਡਰਾਮੇ ਜਿਹੜੇ ਆ ਕਰਦੇ ਰਹੇ ਹਾਂ, ਉਹਦੇ ਵਿੱਚ ਫਿਰ ਗੀਤ ਬੋਲਣੇ ਜਾਂ ਕੋਈ ਸਿਹਰੇ ਸਿੱਖਿਆ ਬੋਲਣੀਆਂ, ਅਤੇ ਇੱਥੋਂ ਹੀ ਗਾਮ ਜਿਹੜਾ ਕੰਮ ਹੈ ਉਹ ਵੱਧਦਾ ਗਿਆ। ਜੇ ਹੁਣ ਚੇਤਨਪੁਰੀ ਜੀ ਗਾਇਕੀ ਦੀ ਗੱਲ ਚੱਲੀ ਆ, ਅਤੇ ਕਿਉਂ ਨਾ ਕਿਸੇ ਗੀਤ ਦੇ ਦੋ ਬੋਲ ਹੋ ਜਾਣ? ਗੀਤ ਦੇ ਬੋਲ ਵੀ ਹੋ ਜਾਂਦੇ ਆ, ਕਿਉਂਕਿ ਮੈਂ ਚਾਹੁੰਦਾ ਵੀ ਕੁਝ ਜਿਹੜਾ ਆ ਉਹ ਸਮਾਜ ਨੂੰ ਸੇਧ ਦੇਣ ਵਾਲੇ ਹੀ ਗੀਤ ਜਿਹੜੇ ਆ ਉਹ ਗਾਏ ਜਾਣ, ਅਤੇ ਗਾਏ ਵੀ ਇਹੋ ਜਿਹੇ ਹੀ ਨੇ। ਉਹ ਮੈਂ ਨਸ਼ਿਆਂ ਬਾਰੇ ਇੱਕ ਗੀਤ ਜਿਹੜਾ ਲਿਖਿਆ, ਫਿਰੇ ਨਸ਼ਿਆਂ ਦੇ ਵਿੱਚ ਵੇ ਤੂੰ ਰੱਜਿਆ ਵੇ, ਘਰ ਤੇਰੇ ਸੌਦਾ ਮੁੱਕਿਆ ਚੰਨ ਵੇ, ਤੇਰੀਆਂ ਮੈਂ ਲੱਖ ਮੰਨੀਆਂ ਤੂੰ ਮੇਰੀ ਮੰਨ ਵੇ, ਫਿਰੇ ਨਸ਼ਿਆਂ ਦੇ ਵਿੱਚ ਵੇ ਤੂੰ ਰੱਜਿਆ, ਫਿਰੇ ਨਸ਼ਿਆਂ ਦੇ ਵਿੱਚ ਵੇ ਤੂੰ ਰੱਜਿਆ, ਅਤੇ ਨਸ਼ਿਆਂ ਦਾ ਖਹਿੜਾ ਛੱਡ ਦੇ ਚੰਨ ਵੇ, ਤੇਰੀਆਂ ਮੈਂ ਲੱਖ ਮੰਨੀਆਂ ਤੂੰ ਮੇਰੀ ਮੰਨ ਵੇ, ਤੂੰ ਮੇਰੀ ਮੰਨ ਵੇ। ਬਹੁਤ ਵਧੀਆ ਜੀ, ਬਹੁਤ ਵਧੀਆ, ਇੱਕ ਸੇਧ ਦੇਣ ਵਾਲਾ ਗੀਤ।
ਤੇ ਜਿਵੇਂ ਆਪਾਂ ਆਪਣੇ ਪਿੰਡਾਂ ਦੀ ਗੱਲ ਕਰੀਏ ਤੇ ਜਿਵੇਂ ਸਾਡਾ ਕਿਸਾਨੀ ਪਿਛੋਕੜ ਵਾਲੇ ਲੋਕ ਨੇ, ਉਹ ਜਿਹੜੇ ਗਾਉਣ ਵਜਾਉਣ ਨੂੰ ਇਹ ਬਹੁਤਾ ਚੰਗਾ ਨਹੀਂ ਸਮਝਦੇ। ਕੀ ਤੁਹਾਡਾ ਜਦੋਂ ਤੁਸੀਂ ਗਾਇਕੀ ਵਾਲੇ ਪਾਸੇ ਆਏ, ਤੁਹਾਡਾ ਕੋਈ ਘਰ ਦੇ ਵਿੱਚੋਂ ਵਿਰੋਧ ਹੋਇਆ ਜਾਂ ਸਵਾਗਤ ਕੀਤਾ ਉਹਨਾਂ ਨੇ, ਜਾਂ ਤੁਹਾਡਾ ਕਿਹੋ ਜਿਹਾ ਸਹਿਯੋਗ ਰਿਹਾ ਪਰਿਵਾਰ ਦਾ? ਦੇਖੋ ਜੀ, ਪ੍ਰੋਬਲਮਾਂ ਤਾਂ ਆਉਂਦੀਆਂ ਨੇ, ਪਰ ਸਭ ਤੋਂ ਪਹਿਲੋਂ ਜਿਹੜੇ ਸੀ ਮੇਰੇ ਥੋੜ੍ਹਾ ਫਾਦਰ ਸਾਹਿਬ ਇਸ ਗੱਲ ਨੂੰ ਨਹੀਂ ਲਾਈਕ ਕਰਦੇ, ਪਰ ਬਾਅਦ ਦੇ ਵਿੱਚ ਸਾਰਾ ਕੁਝ ਠੀਕ ਹੋ ਗਿਆ। ਉਹ ਵੀ ਮੇਰੇ ਨਾਲ ਸਹਿਮਤ ਹੋ ਗਏ ਅਤੇ ਆਪਾਂ ਮਤਲਬ ਜੋ ਵੀ ਆ ਉਹ ਕਰਦੇ ਰਹੇ ਹਾਂ, ਫਿਰ ਠੀਕ ਹੀ ਰਿਹਾ ਕੰਮ ਚੱਲ। ਅੱਛਾ, ਫਿਰ ਤੁਸੀਂ ਜਦੋਂ ਇਹ ਕੈਸਟ ਕਲਚਰ ਜਿਹੜਾ ਪਿੱਛੇ ਜੇ ਚੱਲਦਾ ਰਿਹਾ, ਤੁਹਾਡੀਆਂ ਕੁਝ ਕੈਸਟਾਂ ਵੀ ਆਈਆਂ, ਕਿੰਨੀਆਂ ਕੁ ਕੈਸਟਾਂ, ਕਿੰਨੇ ਕੁ ਗੀਤ ਤੁਸੀਂ ਗਾਏ ਔਰ ਲੋਕਾਂ ਨੇ ਕਿੰਨਾ ਕੁ ਪ੍ਰਵਾਨ ਕੀਤਾ? ਮੇਰੀਆਂ ਕੈਸਟਾਂ ਜਿਹੜੀਆਂ ਨੇ ਉਹ ਕੋਈ 8-9 ਦੇ ਲਾਗੇ ਚਾਗੇ ਹੈਗੀਆਂ ਨੇ। YouTube 'ਤੇ ਗਾਣੇ ਪਏ ਨੇ, ਉੱਥੋਂ ਵੇਖੇ ਜਾ ਸਕਦੇ ਨੇ। ਲੋਕਾਂ ਨੇ ਤਾਂ ਕਾਫੀ ਮਤਲਬ ਜਿਹੜਾ ਉਹ ਪਸੰਦ ਕੀਤਾ। ਜਿੱਥੇ ਵੀ ਗਏ ਆ ਉੱਥੇ ਸਾਡੇ ਕੋਲ 2-3 ਵਾਰੀ ਵੀ ਗਾਣੇ ਜਿਹੜੇ ਉਹ ਸੁਣੇ ਨੇ। ਪਰ ਮੁੜ ਕੇ ਰੁਝੇਵਾਂ ਮੇਰਾ ਇਹੋ ਜਿਹਾ, ਮੇਰੀ ਸਰਵਿਸ ਲਾਈਫ ਕਰਕੇ ਮੈਨੂੰ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਚੰਡੀਗੜ੍ਹ ਦੇ ਵਿੱਚ ਜਿਹੜਾ ਉਹ ਜਾਣਾ ਪੈ ਗਿਆ। ਮੇਰੀ ਪ੍ਰਮੋਸ਼ਨ ਹੋ ਗਈ ਅਤੇ 10 ਸਾਲ ਮੈਂ ਉੱਥੇ ਰਹਿਣ ਕਰਕੇ ਫਿਰ ਇੱਧਰੋਂ ਥੋੜ੍ਹਾ ਜਿਹਾ ਮੇਰਾ ਜਿਹੜਾ ਉਹ ਲਿੰਕ ਜਿਹਾ ਟੁੱਟਾ, ਅਤੇ ਉਹ ਟੁੱਟਣ ਕਰਕੇ ਫਿਰ ਜਿਹੜਾ ਆ ਉਹ ਇਸ ਵੇਲੇ ਮੈਂ ਇਸ ਤਰ੍ਹਾਂ ਹੀ ਆ ਵੀ ਚਲੋ ਗਾਂ ਫੇਰ ਵੇਹਨੇ ਕੋਈ ਧਾਰਮਿਕ ਜਾਂ ਕੋਈ ਸਮਾਜਿਕ ਕੋਈ ਇਹੋ ਜਿਹਾ ਕੀਤਾ ਜਾਵੇ। ਅਤੇ ਅੱਜ ਕੱਲ੍ਹ ਲਿਖਣ ਲੁਖਣ ਵੱਲ ਨੂੰ ਮੈਂ ਜ਼ਿਆਦਾ ਮਤਲਬ ਤਰਜੀਹ ਦੇ ਰਿਹਾ। ਕੋਈ ਕਹਾਣੀਆਂ ਲਿਖੀਆਂ, ਕੋਈ ਪੱਤਰਕਾਰੀ ਦੇ ਵਿੱਚ ਆਪਣਾ ਜਿਹੜਾ ਸਾਰਾ ਹਿਸਾਬ ਕਿਤਾਬ ਇਸ ਤਰ੍ਹਾਂ ਚੱਲਣ ਡਿਆ। ਅਤੇ ਉਸ ਤਰ੍ਹਾਂ ਵੀ ਅਜੇ ਸਰਵਿਸ ਲਾਈਫ ਦੇ ਵਿੱਚ ਰਹੇ ਹਾਂ। ਉੱਥੇ ਵੀ ਆ ਪੈਰਾਮੈਡੀਕਲ ਯੂਨੀਅਨ ਦੇ ਵਿੱਚ ਆਪਾਂ ਨਾਲ ਢਿੱਲੋਂ ਗਰੁੱਪ ਅਤੇ ਹੋਰ ਜੇ ਚੰਡੀਗੜ੍ਹ ਰਹੇ ਹਾਂ ਅਤੇ ਉੱਥੇ ਵੀ ਦਫ਼ਤਰ ਦੀ ਜਿਹੜੇ 700-800 ਮੁਲਾਜ਼ਮ ਸੀ, ਉਹਦੇ ਵਿੱਚ ਯੂਨੀਅਨ ਦੇ ਵਿੱਚ ਵੀ ਆਪਾਂ ਮਤਲਬ ਜਿਹੜਾ ਭਾਗ ਲਿਆ ਚੰਗਾ। ਜੋ ਵੀ ਉਹਨਾਂ ਨੇ ਪਤਾ ਨਹੀਂ ਉਹਨਾਂ ਕਿਸ ਤਰ੍ਹਾਂ ਪਛਾਣ ਲਿਆ ਮੈਨੂੰ, ਇੱਥੋਂ ਕਿਸੇ ਨੇ ਦੱਸਤਾ ਅਤੇ ਉਹਨਾਂ ਨੇ ਮੈਨੂੰ ਉੱਥੇ ਵੀ ਫਿਰ ਨਹੀਂ ਛੱਡਿਆ। ਇਹ ਜਿਵੇਂ ਤੁਸੀਂ ਗਾਇਕੀ ਜਿਹੜੀ ਕੀਤੀ ਆ, ਉਹ ਦੁਗਾਣਾ ਗਾਇਕੀ ਅਸੀਂ ਸੁਣਿਆ ਵਾ ਤੁਹਾਨੂੰ ਬਹੁਤ ਜ਼ਿਆਦਾ ਕੀਤੀ, ਔਰ ਕਿਹੜੀਆਂ ਗਾਇਕਾਵਾਂ ਜਿਹੜੀਆਂ ਸੀ ਉਹਨਾਂ ਨੇ ਤੁਹਾਡਾ ਇਹ ਸਾਥ ਨਿਭਾਇਆ ਇਸ ਗਾਇਕੀ ਦੇ ਦੌਰ ਵਿੱਚ? ਮੇਰੇ ਨਾਲ ਪਰਮਜੀਤ ਸੰਧੂ ਸੀ ਅਤੇ ਰਣਜੀਤ ਭੱਟੀ, ਸੋਨੀਆ ਸੰਧੂ, ਅਤੇ ਉਸ ਤਰ੍ਹਾਂ 1-2 ਗਾਣੇ ਮਿਸ ਪੂਜਾ ਨਾਲ ਬਲਵਿੰਦਰ ਗਿੱਲ, ਇਹਨਾਂ ਸਾਰਿਆਂ ਦੇ ਮਤਲਬ ਗਾਉਂਦਾ ਰਿਹਾ ਇਹਨਾਂ ਨਾਲ। ਅਤੇ ਜਿਹੜੇ ਤੁਹਾਡੇ ਇਹਦੇ ਵਿੱਚ ਗੀਤਕਾਰ ਸੀ, ਉਹ ਕਿਹੜੇ ਗੀਤਕਾਰਾਂ ਨੂੰ ਤੁਸੀਂ ਜ਼ਿਆਦਾਤਰ ਗਾਇਆ ਇਹਦੇ ਵਿੱਚ? ਗੀਤਕਾਰ ਮੇਰਾ ਮਿੱਤਰ ਇੱਕ ਜਗੀਰ ਅਨਜਾਨ ਆ, ਜੀਤ ਨਬੀਪੁਰੀ ਦੇ ਗੀਤ ਵੀ ਸੀ। ਇੱਕ ਉਹ ਮੁੰਡਾ ਉੜਦਨ ਦਾ ਜਸਬੀਰ ਉੜਦਨ, ਅਤੇ ਹੋਰ ਹੈਗੇ ਨੇ ਮਤਲਬ ਮੈਨੂੰ ਇਸ ਵੇਲੇ ਨਾਂ ਪੂਰੇ ਯਾਦ ਨਹੀਂ ਆਉਂਦੇ। ਜੇਠੂ ਨੰਗਲ ਦਾ ਸੀ ਇੱਕ ਲੇਖਕ, ਹਾਂ ਨਰਿੰਦਰ ਜਾਤਰੀ ਸਾਰੰਗੜੇ ਦਾ, ਉਹਨਾਂ ਦੇ ਵੀ 4-5 ਗੀਤ ਮੈਂ ਬਹੁਤ ਵਧੀਆ ਲਿਖਾਰੀ ਨੇ, ਉਹਨਾਂ ਦੀ ਸ਼ੋਭਾ ਕਰਨੀ ਬਣਦੀ ਆ ਵਧੀਆ, ਉਹਨਾਂ ਦੇ ਵੀ ਗਾਏ ਨੇ ਇਸ ਤਰ੍ਹਾਂ ਕਰਕੇ। ਅਤੇ ਤੁਹਾਡੀ ਜਿਹੜੀ ਗਾਇਕੀ ਦਾ ਸਫ਼ਰ ਕਿਹੋ ਜਿਹੇ ਗੀਤ ਤੁਸੀਂ ਜਿਹੜੇ ਆ ਲੋਕਾਂ ਨੂੰ ਦਿੱਤੇ? ਮੈਂ ਜ਼ਿਆਦਾ ਮਤਲਬ ਸਮਾਜਿਕ ਕੋਈ ਸੇਧ ਦੇਣ ਵਾਲੇ ਅਸ਼ਲੀਲ ਗੀਤ ਗਾਉਣਾ ਮੇਰਾ ਜਿਹੜਾ ਮਨ ਵੀ ਨਹੀਂ ਕੀਤਾ, ਅਤੇ ਮੈਂ ਚਾਹੁੰਦਾ ਵੀ ਨਹੀਂ, ਕਿਉਂਕਿ ਪਰਿਵਾਰ ਦੇ ਉੱਤੇ ਵੀ ਫਿਰ ਧੱਬਾ ਲੱਗਦਾ ਸੀ। ਅਤੇ ਇਹੋ ਜਿਹਾ ਮੈਂ 2 ਜਿਹੜਾ ਲਫ਼ਜ਼ੀ ਗੀਤ ਆ ਉਹ ਗਾਇਆ ਵੀ ਨਹੀਂ। ਇਹ ਕਿਸੇ ਹੋਰ ਗੀਤ ਦੇ 2 ਬੋਲ, ਕਿਉਂਕਿ ਨਾਲ ਤੁਹਾਡੀ ਗਾਇਕੀ ਦਾ ਜਿਹੜਾ ਰੰਗ ਆ ਉਹ ਵੀ ਦਰਸ਼ਕ ਮਾਣਦੇ ਰਹਿਣ। ਹੋਰ ਗੀਤ ਮੈਂ ਚਾਹੁੰਦਾ ਵੀ ਤੁਹਾਨੂੰ ਆਪਣਾ ਹੀ ਲਿਖਿਆ ਇੱਕ ਗੀਤ ਜਿਹੜਾ ਨਾ, ਧੀ ਜਨਮੀ ਕਰ ਲక్ష్ਮੀ ਆਈ, ਧਨ ਦੌਲਤ ਤੇਰੀ ਜਿਕ ਲਿਆਈ। ਧੀ ਜਨਮੀ ਕਰ ਲక్ష్ਮੀ ਆਈ, ਧਨ ਦੌਲਤ ਤੇਰੀ ਜਿਕ ਲਿਆਈ। ਪਤੀ ਜੀ ਲੋਕ ਨਕੰਮੇ ਨੇ, ਜਿਹੜੇ ਦੇਣ ਧੀਆਂ ਨੂੰ ਮਾਰ। ਪਤੀ ਜੀ ਲੋਕ ਨਕੰਮੇ ਨੇ, ਕੀ ਇਹਨਾਂ ਨੂੰ ਸਾਰ। ਪਤੀ ਜੀ ਲੋਕ ਨਕੰਮੇ ਨੇ, ਜਿਹੜੇ ਦੇਣ ਧੀਆਂ ਨੂੰ ਮਾਰ। ਹਾਂਜੀ ਬਿਲਕੁਲ ਜੀ, ਸਮਾਜ ਨੂੰ ਸੇਧ ਦੇਣ ਵਾਲੇ ਗੀਤ ਜਿਹੜੇ ਉਹ ਤੁਸੀਂ ਸਾਡੇ ਨਾਲ ਸਾਂਝੇ ਕਰ ਰਹੇ ਹੋ। ਅਤੇ ਮੇਰੇ ਖਿਆਲ ਤੁਸੀਂ ਜਿਵੇਂ ਸੁਣਾਏ 2 ਗੀਤ ਸਾਡੇ ਨਾਲ ਸਾਂਝੇ ਕੀਤੇ, ਤੁਹਾਡੇ ਆਪਣੇ ਲਿਖੇ ਆ, ਇਹਦਾ ਮਤਲਬ ਤੁਸੀਂ ਆਪ ਬਹੁਤ ਸਾਰੇ ਗੀਤਾਂ ਦੀ ਰਚਨਾ ਕੀਤੀ, ਤੁਸੀਂ ਆਪ ਗਾਏ ਵੀ। ਅਤੇ ਕੀ ਕਿਸੇ ਹੋਰ ਵੀ ਮਿੱਤਰ ਗਾਇਕ ਨੂੰ ਆਪਣੇ ਕਦੀ ਗੀਤ ਦਿੱਤੇ ਤੁਸੀਂ? ਮੈਂ ਕਿਸੇ ਗਾਇਕ ਨੂੰ ਨਹੀਂ ਦਿੱਤੇ, ਮੈਂ ਚਾਹੁੰਦਾ ਆਪਣੇ ਗੀਤ ਆਪ ਹੀ ਗਾਵਾਂ, ਪਰ ਉਹ ਹੁਣ ਮੈਂ ਗਾਂ ਛਪਾਊਂਗਾ, ਕਿਤਾਬਾਂ ਛਪਾਊਂਗਾ, ਅਤੇ ਇਸ ਕਰਕੇ ਉਹ ਜਿਹੜੇ ਨੇ ਮੈਂ ਆਪਣੇ ਸਾਂਭੇ ਹੋਏ ਨੇ। ਪਰ ਜ਼ਿਆਦਾ ਮੈਂ ਲੋਕਾਂ ਦੇ ਗੀਤ ਇਸ ਕਰਕੇ ਗਾਏ ਕਿ ਵੀ ਚਲੋ ਕਿਸੇ ਨੂੰ ਵੀ ਜੇ ਮਿਲਦੀ ਆ ਤਰਜੀਹ ਤਾਂ ਉਹਨਾਂ ਨੂੰ ਵੀ ਮਿਲ ਜਾਵੇ, ਅਤੇ ਜ਼ਿਆਦਾ ਮੈਂ ਉਹਨਾਂ ਦੇ ਵੀ ਕਈਆਂ ਦੇ ਗਾਉਣ ਦੀ ਆਪਾਂ ਜਿਹੜੀ ਆ ਉਹ। ਅਤੇ ਜਿਵੇਂ ਆਪਣੇ ਲਿਖਣ ਦੀ ਵੀ ਗੱਲ ਚੱਲੀ ਵੀ ਅੱਜ ਕੱਲ੍ਹ ਸਾਹਿਤ ਲਿਖਣ ਵੱਲ ਜਿਹੜਾ ਵਾ ਰੁਝਾਨ ਜ਼ਿਆਦਾ ਸੇਵਾ ਮੁਕਤ ਹੋ ਚੁੱਕੇ ਤੁਸੀਂ ਆਪਣੀ ਡਿਊਟੀ ਤੋਂ, ਅਤੇ ਇੱਕ ਸਾਹਿਤ ਦੀਆਂ ਕਿਹੜੀਆਂ ਵੰਨਗੀਆਂ ਦੇ ਵਿੱਚ ਤੁਸੀਂ ਇਸ ਵੇਲੇ ਲਿਖ ਰਹੇ ਹੋ? ਮੈਂ ਕਹਾਣੀ ਲਿਖ ਰਿਹਾ ਜੀ, ਕਵਿਤਾ ਅਤੇ ਗੀਤ ਜੀ। ਅਤੇ ਉਸ ਤਰ੍ਹਾਂ ਮੇਰੇ ਐਡੀਟੋਰੀਅਲ ਲੇਖ ਵੀ ਉਹ ਵੀ ਮੈਂ ਲਿਖਦਾ ਹਾਂ। ਅਤੇ ਇਹਨਾਂ ਖੇਤਰ 'ਚ ਮੈਂ ਜ਼ਿਆਦਾ ਮਤਲਬ ਕੰਮ ਕਰਨਾ ਚਾਹੁੰਦਾ,
ਕਿਉਂਕਿ ਉਹ ਨਾਵਲ ਤਾਂ ਫਿਰ ਬਹੁਤ ਵੱਡੀ ਗੱਲ ਹੈਗੀ ਆ। ਇਹਨਾਂ ਦੋ ਤਿੰਨ ਖੇਤਰਾਂ ਦੇ ਵਿੱਚ ਹੀ ਸਭ ਤੋਂ ਵੱਧ ਸੰਤੁਸ਼ਟੀ ਕੀ ਲਿਖ ਕੇ ਤੁਹਾਨੂੰ ਹੁੰਦੀ ਹੈ ਮਨ ਨੂੰ? ਸੰਤੁਸ਼ਟੀ ਇਹ ਆ ਵੀ ਜੇ ਕੋਈ ਕਹਾਣੀ ਜਿਹੜੀ ਆ ਕੋਈ ਚੰਗੇ ਤਰੀਕੇ ਨਾਲ ਲਿਖੀ ਜਾਵੇ, ਜਾਂ ਕੋਈ ਗੀਤ ਇਹੋ ਜਿਹਾ ਜਿਹੜਾ ਸਮਾਜ ਨੂੰ ਸੇਧ ਦਿੰਦਾ ਹੋਵੇ, ਇਹੋ ਜਿਹਾ ਗੀਤ ਲਿਖ ਕੇ ਮੈਨੂੰ, ਜਿਸ ਤਰ੍ਹਾਂ ਮੈਂ ਤਰਕਸ਼ੀਲਾਂ ਦੇ ਵੀ ਗਾਣੇ ਲਿਖੇ ਨੇ, ਉਹ ਵੀ ਗਾਏ ਨੇ ਅਤੇ ਉਹ ਰਿਕਾਰਡ ਵੀ ਹੋਏ ਨੇ। ਕੋਈ ਜੇ ਤਰਕਸ਼ੀਲਾਂ ਦੀ ਗੱਲ ਚੱਲੀ ਆ ਤੇ ਕੋਈ ਬੋਲ ਉਹਦਾ ਵੀ ਜ਼ਰੂਰ ਸਾਂਝਾ ਕਰੋ। ਤਰਕਸ਼ੀਲੀਆ ਮਾਰ ਨਾ ਬਹੁਤੇ ਦਾਬੇ ਵੇ, ਜਗ ਪੂਜਦਾ ਸਾਨੂੰ ਸਮਝ ਨਾ ਨਕਲੀ ਬਾਬੇ ਵੇ, ਗੱਲ ਦਿਲਾਂ ਦੀ ਬੁੱਝ ਲੈਨੇ ਆ ਦੱਸ ਦੇ ਕੋਈ ਜ਼ਰੂਰੀ ਜੇ, ਖੇਤਰਫਾਲ ਮੈਂ ਵਸ ਵਿੱਚ ਕੀਤਾ ਭਗਤੀ ਸਾਡੀ ਪੂਰੀ ਵੇ, ਖੇਤਰਫਾਲ ਮੈਂ ਵਸ ਵਿੱਚ ਕੀਤਾ ਭਗਤੀ ਸਾਡੀ ਪੂਰੀ ਵੇ। ਉਹ ਤਰਕਸ਼ੀਲ ਸੁਸਾਇਟੀ ਵੱਲੋਂ ਮੈਂ ਆਇਆ ਹਾਂ ਬੀਬੀ, ਸਾਨੂੰ ਮਿਲੀ ਸ਼ਿਕਾਇਤ ਤੂੰ ਇਹ ਕੀ ਢੋਂਗ ਰਚਾਇਆ ਆ ਬੀਬੀ, ਨਾ ਜਟਾਂ ਬਣਾਇਆ ਜਟਾਂ ਵਧਾਇਆ ਗੱਲ ਬਣਨੀ ਕੋਈ ਜਲਵਾ ਤੇ ਦਿਖਲਾ, ਜਾਂ ਚੁੱਕ ਲੈ ਡੇਰਾ ਡੰਡਾ ਨੀ ਧੂਣੀ ਤੇ ਪਾਣੀ ਪਾ, ਜਾਂ ਚੁੱਕ ਲੈ ਡੇਰਾ ਡੰਡਾ ਨੀ ਧੂਣੀ ਤੇ ਪਾਣੀ ਪਾ। ਬਹੁਤ ਵਧੀਆ ਜੀ। ਜੇ ਆਪਾਂ ਤਰਕਸ਼ੀਲ ਸੁਸਾਇਟੀ ਦੀ ਜਾਂ ਲਹਿਰ ਦੀ ਗੱਲ ਕਰਦੇ ਹਾਂ, ਤੁਸੀਂ ਕੀ ਸਮਝਦੇ ਵੀ ਕਿੰਨਾ ਕੁ ਯੋਗਦਾਨ ਆ ਸਮਾਜ ਨੂੰ ਸੁਧਾਰਨ ਦੇ ਵਿੱਚ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਕੱਢਣ ਦੇ ਵਾਸਤੇ, ਕਿ ਜੋ ਕੰਮ ਕਰ ਰਹੀ ਹੈ ਤਰਕਸ਼ੀਲ ਸੁਸਾਇਟੀ, ਤੁਸੀਂ ਉਹ ਤੋਂ ਕਿੰਨੇ ਕੁ ਸੰਤੁਸ਼ਟ ਹੋ? ਤਰਕਸ਼ੀਲ ਸੁਸਾਇਟੀ ਨਾਲ ਮੈਂ ਵੀ ਔਲਖ ਸਾਹਿਬ ਜੁੜਿਆ ਹੋਇਆ ਵਾਂ, ਪਰ ਜੇ ਕਿਤੇ ਸਾਰੇ ਤਰਕਸ਼ੀਲ ਨੂੰ ਆਪਾਂ ਮੰਨ ਲਈਏ ਤਾਂ ਸਾਡਾ ਸੁਧਾਰ ਹੀ ਹੋ ਜਾਂਦਾ। ਹੁਣ ਅੱਜ ਹੀ ਤੁਸੀਂ ਵੇਖ ਲਓ, ਆਪਾਂ ਇਹ ਨਹੀਂ ਕਹਿੰਦੇ ਵੀ ਜਾਣਾ ਗੁਰਦੁਆਰੇ ਜਾਣਾ ਮਾੜਾ ਜਾਂ ਕਿਤੇ ਵੀ ਆ, ਪਰ ਉਹ ਦਰ ਸਾਡੇ ਵਾਸਤੇ ਬੰਦ ਹੋ ਗਏ। ਅਤੇ ਆਪਾਂ ਫਿਰ ਵੀ ਜੇ ਇਹੋ ਹੀ ਜਿੰਨਾ ਕਿਤੇ ਪੈਸਾ ਸਾਡਾ ਇਸ ਤਰ੍ਹਾਂ ਹੀ ਖਰਾਬ ਕੀਤਾ, ਜਾਂ ਚਲੋ ਬਰਬਾਦ ਵੀ ਕਹਿ ਲਓ, ਅਸੀਂ ਕਿਸੇ ਨਾਲ ਇੱਧਰ ਵੀ ਦਾਨ ਕੀਤਾ ਹੁੰਦਾ ਅਤੇ ਸਾਡਾ ਇਸ ਵੇਲੇ ਸਮਾਜ ਦਾ ਸੁਧਾਰ ਹੋਰ ਚੰਗੇ ਤਰੀਕੇ ਨਾਲ ਹੋ ਸਕਦਾ ਸੀ। ਕੋਈ ਕਿਸੇ ਹਸਪਤਾਲ ਨੂੰ ਕੀਤਾ ਹੁੰਦਾ, ਕੋਈ ਵੈਂਟੀਲੇਟਰ ਜਿਹੜੇ ਖਰੀਦੇ ਹੁੰਦੇ, ਤਾਂ ਸਾਨੂੰ ਇੰਨਾ ਖਤਰਾ ਨਹੀਂ ਹੋਣਾ ਜਿੰਨਾ ਅੱਜ ਇਹ ਕਰੋਨਾ ਦੀ ਬਿਮਾਰੀ ਨੇ ਮਤਲਬ ਜਿਹੜਾ ਪਾਇਆ ਹੋਇਆ। ਹਾਂ, ਜੇ ਤੁਸੀਂ ਚੇਤਨਪੁਰੀ ਜੀ ਹੁਣ ਕਰੋਨਾ ਦੀ ਗੱਲ ਕੀਤੀ ਆ, ਤੁਸੀਂ ਖੁਦ ਸਿਹਤ ਵਿਭਾਗ ਦੇ ਵਿੱਚ ਰਹੇ ਹੋ, ਤੁਸੀਂ ਇਸ ਬਿਮਾਰੀ ਨੂੰ ਕਿਵੇਂ ਲੈਂਦੇ ਹੋ? ਇਹ ਬਿਮਾਰੀ ਵੇਖੋ ਜੀ, ਇੱਕ ਬਹੁਤ ਮਹਾਂਮਾਰੀ ਆ, ਇਹਦੇ ਤੋਂ ਬਚਣ ਦੀ ਲੋੜ ਆ। ਪਰ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਨੇ, ਕਈ ਗਲਤ ਲੋਕ ਜਿਹੜੇ ਸਮਾਜ ਵਿਰੋਧੀ ਅੰਸਰ ਜਿਹੜੇ ਉਹ ਫੈਲਾ ਰਹੇ ਆ, ਉਹ ਬਹੁਤ ਮਾੜੀਆਂ ਨੇ। ਸਾਨੂੰ ਇਹਨੂੰ ਸੀਰੀਅਸ ਲੈਣਾ ਚਾਹੀਦਾ, ਕੋਈ ਹਾਸੇ ਨਾਲ ਵੀ ਨਹੀਂ ਲੈਣਾ ਚਾਹੀਦਾ। ਜੋ ਸਰਕਾਰ ਦੀਆਂ ਹਦਾਇਤਾਂ ਨੇ, ਹਦਾਇਤਾਂ ਦੇ ਮੁਤਾਬਕ ਸਾਨੂੰ ਕੰਮ ਕਰਨਾ ਚਾਹੀਦਾ। ਜੇ ਸਰਕਾਰ ਕਹਿੰਦੀ ਘਰ ਬਹੋ, ਘਰ ਬਹਿਣਾ ਚਾਹੀਦਾ। ਪਰ ਅਸੀਂ ਜਦੋਂ ਬਾਹਰ ਸੜਕਾਂ ਦੇ ਵਿੱਚ ਜਾਂ ਚੌਂਕਾਂ ਦੇ ਵਿੱਚ ਮਜਮੇ ਲਾਉਂਦੇ ਹਾਂ, ਅਤੇ ਇਹ ਤਾਂ ਇੱਕ ਇਹੋ ਜਿਹਾ ਦੁਸ਼ਮਣ ਆ ਜਿਹੜਾ ਦੀਦਾ ਹੀ ਨਹੀਂ ਸਾਨੂੰ। ਅਤੇ ਜਦੋਂ ਅਗਲੇ ਬੰਨੇ ਦੁਸ਼ਮਣ ਹੋਏ, ਉਹਦਾ ਤਾਂ ਨਿਸ਼ਾਨਾ ਹੋ ਸਕਦਾ, ਉੱਤੇ ਤਾਂ ਟਾਰਗੇਟ ਲਾਇਆ ਜਾ ਸਕਦਾ ਹੈ। ਅਤੇ ਦੁਸ਼ਮਣ ਇਹੋ ਜਿਹਾ ਤੋਂ ਬਚਣ ਦੀ ਲੋੜ ਆ। ਮਾਸਕ ਪਾਉਣਾ ਚਾਹੀਦਾ ਜੋ ਹੈਗਾ ਆ। ਫਿਰ ਸਾਡਾ ਇਹ ਤਾਂ ਇੱਥੋਂ ਤੱਕ ਆ ਵੀ ਜੇ ਕੁੰਡੀਆਂ ਨੂੰ ਲੱਗ ਜਾਂਦਾ ਆ, ਜੇ ਆਪਾਂ ਦਰਵਾਜ਼ਿਆਂ ਦੀਆਂ ਜਿਹੜੀਆਂ ਚਿਟਕਣੀਆਂ ਨੇ, ਇਹਨਾਂ ਦੇ ਵਿੱਚ ਇਹਦੇ 'ਤੇ ਬਹੁਤ ਇਹਤਿਆਤ ਦੀ ਲੋੜ ਆ। ਬਾਹਰੋਂ ਸਬਜ਼ੀਆਂ ਆਪਾਂ ਖਰੀਦਦੇ ਹਾਂ, ਸਬਜ਼ੀਆਂ ਦੇ ਵਿੱਚ ਵੀ ਉਹ ਜਿਹੜੇ ਉੱਥੋਂ ਵੀ ਹੱਥ ਲਾ ਕੇ ਸਾਡੇ ਘਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਆ ਜਾਣਾ ਹੈ। ਇਸ ਕਰਕੇ ਸਾਨੂੰ ਬਾਹਰ ਨਾ ਜਾਈਏ। ਇਹ ਜਿਹੜੀ ਵੀ ਆਫਤ ਆ, ਹੋਰ 10-15 ਦਿਨਾਂ ਨੂੰ ਜਾਂ ਮਹੀਨੇ ਨੂੰ ਜੇ ਸਾਡੀ ਸਰਕਾਰ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ। ਜੇ ਇਹ ਕਿਤੇ ਕਰਫਿਊ ਨਾ ਲਾਉਂਦੇ, ਅਤੇ ਜਿਸ ਤਰ੍ਹਾਂ ਦਾ ਸਾਡੇ ਪੰਜਾਬ ਦੇ ਵਿੱਚ ਸੰਘਣੀ ਆਬਾਦੀ ਜਾਂ ਇੰਡੀਆ ਦੇ ਵਿੱਚ ਸੰਘਣੀ ਆਬਾਦੀ ਆ, ਅਤੇ ਇਹਦਾ ਬੜਾ ਬੁਰਾ ਹਾਲ ਹੋਣਾ ਸੀ। ਅਤੇ ਹਾਲੇ ਫਿਰ ਵੀ ਇਹ ਆਪਾਂ ਜਿਹੜਾ ਅਸੀਂ ਸਾਡੇ ਕੁਝ, ਮੈਂ ਲੋਕਾਂ ਨੂੰ ਇਹ ਕਹਿੰਦਾ ਵੀ ਉਹ ਮੰਗਣ ਦੀ ਆਦਤ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ। ਇਸ ਵੇਲੇ ਹੁਣ ਸਰਕਾਰ ਕੋਲੋਂ ਆਪਾਂ ਕੀ ਲੱਭਦੇ ਹਾਂ? ਸਾਡਾ ਦਊਗੀ ਸਾਰਾ ਕੁਝ, ਸਰਕਾਰ ਨੇ ਦੇ ਵੀ ਦੇਣਾ ਹੈ, ਪਰ ਉਹਦੇ ਵਿੱਚ ਸਰਕਾਰਾਂ ਦੀ ਆਪਣੀ ਆਮਦਨ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਆਪਣੀ ਆਮਦਨ ਜਿਹੜੀ ਆ ਉਹਨਾਂ ਨੂੰ ਕਿਸੇ ਬੰਨਿਓ ਨਹੀਂ ਰਹੀ, ਉਹ ਕਿੱਥੋਂ ਦੇਵੇ? ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ। ਮੈਂ ਆਪਣੇ ਭਰਾਵਾਂ ਨੂੰ, ਲੋਕਾਂ ਨੂੰ ਇਹ ਵੀ ਅਪੀਲ ਕਰਦਾ ਵੀ ਉਹ ਸਰਕਾਰ ਦੀ ਨੁਕਤਾਚੀਨੀ ਘੱਟ ਕਰਕੇ, ਜੋ ਸਰਕਾਰ ਕਹਿੰਦੀ ਆ ਇਸ ਸਮੇਂ ਦੇ ਵਿੱਚ, ਉਦੋਂ ਮਗਰੋਂ ਜੋ ਕਰਨਾ ਤੁਸੀਂ ਕਰ ਲਿਓ, ਇਸ ਸਮੇਂ ਦੇ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ। ਇਹ ਅਖੀਰ ਦੇ ਵਿੱਚ, ਕਿਉਂਕਿ ਸਮਾਂ ਸਾਡੇ ਕੋਲ ਜਿਹੜਾ ਵਾ, ਸਮੇਂ ਦੀ ਵੀ ਇੱਕ ਸੀਮਾ ਹੁੰਦੀ ਆ, ਉਹਦੇ ਵਿੱਚ ਰਹਿ ਕੇ ਅਸੀਂ ਕੰਮ ਕਰਨਾ ਹੁੰਦਾ, ਅਤੇ ਥੋੜ੍ਹਾ ਜਿਹਾ ਇਹ ਦੱਸੋ ਵੀ ਤੁਹਾਡੇ ਇਸ ਵੇਲੇ ਪਰਿਵਾਰ ਦੇ ਵਿੱਚ ਕੌਣ-ਕੌਣ ਨੇ? ਮੇਰੇ ਪਰਿਵਾਰ ਦੇ ਵਿੱਚ ਮੇਰੇ ਮਤਲਬ ਬੇਟੀ ਤਾਂ ਮੇਰੀ ਵਿਆਹੀ ਆ, ਅਤੇ 2 ਬੱਚੇ ਨੇ। ਇੱਕ ਮੇਰੀ ਨੂੰਹ ਹੈ, ਮੇਰੀ ਮਿਸਜ ਆ, ਉਹਨਾਂ ਦਾ ਮੈਨੂੰ ਬੜਾ ਸਾਥ ਆ। ਅਤੇ ਬਾਕੀ ਮੇਰੇ ਉਸ ਤਰ੍ਹਾਂ ਤਾਏ ਚਾਚਿਓਂ ਜਿਹੜੇ ਆ, ਉਹ ਸਾਰਾ ਪਰਿਵਾਰ ਕਾਫੀ ਵੱਡਾ ਆ। ਮੇਰੇ ਤਾਏ ਚਾਚੇ ਜਿਹੜੇ ਸੀ, ਉਹ ਸਾਡੇ 7 ਮੇਰੇ ਫਾਦਰ ਸਾਹਿਬ ਜਿਹੜੇ ਸੀ ਉਹ ਬ੍ਰਦਰ ਸੀ, ਅਤੇ ਦੂਸਰੇ ਦਾਦਿਆਂ ਦੇ ਵੀ ਜਿਹੜੇ 2-2 ਸੀ ਉਹ, ਅਤੇ ਉਹ ਕਾਫੀ ਜਿਹੜਾ ਪਰਿਵਾਰ ਵੱਡਾ ਹੈ, ਸਾਰਾ ਠੀਕ ਠਾਕ ਆ। ਅਤੇ ਕੀ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਵੀ ਤੁਹਾਡੇ ਬੱਚੇ ਨੂੰ ਜਾਂ ਕਿਸੇ ਨੂੰ ਗਾਂ ਸ਼ੌਂਕ ਹੈਗਾ ਇਸ ਲਾਈਨ ਦੇ ਵਿੱਚ, ਗਾਇਕੀ ਜਾਂ ਲਿਖਣ ਦੇ ਵੱਲ?
ਨਹੀਂ ਗਾਇਕੀ ਦੇ ਵੱਲ ਨਹੀਂ ਹੈਗਾ, ਬਸ ਉਹ ਤੁਹਾਡੇ ਵਾਂਗੂ ਇੱਕ LIC ਜ਼ਰੂਰ ਕਰਦਾ ਮੇਰਾ ਇੱਕ ਬੇਟਾ, ਉਹਦੇ ਵਿੱਚ ਕਰ ਰਿਹਾ, ਅਤੇ ਇੱਕ ਇੰਡੋਸਿੰਡ ਬੈਂਕ ਦੇ ਵਿੱਚ ਕੰਮ ਕਰ ਰਿਹਾ ਹੈ। ਅਤੇ ਗਾਉਣ ਦਾ ਤਾਂ ਕਿਸੇ ਨੂੰ ਨਹੀਂ, ਉਹ ਤਾਂ ਮੇਰਾ ਅਤੇ ਮੇਰੇ ਨਾਲ ਹੀ ਸ਼ਾਇਦ ਜਾਊਗਾ। ਇਹ ਜਿਹੜੇ ਹੁਣ ਅਖੀਰ ਦੇ ਵਿੱਚ ਆਖਰੀ ਸਵਾਲ ਹੈ, ਜਿਹੜੀ ਨਵੀਂ ਪੀੜ੍ਹੀ ਆ ਉਹ ਲਾ ਲਓ ਗਾਇਕੀ ਵੱਲ ਜਾਂ ਗੀਤਕਾਰੀ ਵਾਲੇ ਆ ਰਹੇ ਆ, ਅਤੇ ਤੁਹਾਡਾ ਲੰਬਾ ਤਜਰਬਾ ਵਾ ਇਸ ਖੇਤਰ ਦੇ ਵਿੱਚ, ਉਹਨਾਂ ਨੂੰ 2 ਸ਼ਬਦਾਂ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਜਿਹੜੇ ਆਪਣੇ ਆਉਣ ਵਾਲੇ ਗੀਤਕਾਰ ਆ ਜਾਂ ਕੁਝ ਵੀ ਆ, ਮੈਂ ਉਹਨਾਂ ਨੂੰ ਇਹ ਸਮਝਦਾ ਵੀ ਜੇ ਤਾਂ ਤੁਹਾਡੇ ਕੋਲ ਪੈਸਾ ਹੈਗਾ ਆ, ਪੈਸਾ ਚੰਗਾ ਆ, ਅਤੇ ਉਹਨੂੰ ਤੁਸੀਂ ਮਤਲਬ ਵਰਤ ਕੇ ਅਤੇ ਫੇਰ ਗਾਂ ਕਰਿਓ। ਇਹ ਲਾਈਨ ਦੇ ਵਿੱਚ ਕੋਈ ਓਨੀ ਗਾਂ ਗੱਲ ਰਹਿ ਨਹੀਂ ਗਈ, ਸ਼ੌਂਕ ਵਾਸਤੇ ਗਾਓ। ਅਤੇ ਜੇ ਤੁਸੀਂ ਇਹਨੂੰ ਇਹ ਸਮਝਦੇ ਜੋ ਵੀ ਅਸੀਂ ਇਹਨੂੰ ਜਿਹੜਾ ਕਮਾਈ ਦਾ ਸਾਧਨ ਬਣਾਉਣਾ, ਅਤੇ ਉਹ ਘਟ ਗਿਆ ਕੰਮ ਕਾਂ, ਸਾਰਾ ਹਿਸਾਬ ਕਿਤਾਬ ਜਿਹੜਾ ਹੈ ਨਾ ਉਹ ਖਰਾਬ ਜਿਹਾ ਹੋ ਗਿਆ, ਕਿਉਂਕਿ ਜਿਹੜਾ ਉੱਠਦਾ ਉਹ ਕਲਾਕਾਰੀ ਨੂੰ ਤੁਰਦਾ। ਪਿੱਛੇ ਜਿਹੜੇ ਸੀ ਉਹ ਕਲਾਕਾਰ ਘੱਟ ਹੁੰਦੇ ਸੀ, ਉਹਦੀ ਕਦਰ ਹੁੰਦੀ ਸੀ। ਹੁਣ ਪੈਸਾ ਲਾ ਕੇ, ਅਤੇ ਅੱਜ ਕਿਸੇ ਕੋਲ ਵੀ ਪੈਸਾ ਹੋਵੇ ਅਤੇ ਆਵਾਜ਼ ਸਾਰਿਆਂ ਕੋਲ ਹੁੰਦੀ ਆ। ਕੰਪਿਊਟਰ ਯੁੱਗ ਆ, ਕੰਪਿਊਟਰ ਦੇ ਵਿੱਚ ਸਾਰਾ ਕੁਝ ਹੀ ਮਤਲਬ ਜਿਹੜਾ ਉਹ ਵਧੀਆ ਕਰ ਦਿੰਦੇ ਆ, ਅਤੇ ਸਾਰੇ ਹੀ ਗਾ ਸਕਦੇ ਅੱਜ ਕੱਲ੍ਹ, ਮੇਰੇ ਹਿਸਾਬ ਨਾਲ ਸਾਰੇ ਗਾ ਸਕਦੇ ਆ। ਅਤੇ ਚਲੋ ਫਿਰ ਵੀ ਉਹ ਕਈਆਂ ਦੇ ਵਿੱਚ ਕੁਦਰਤ ਨੇ ਦਾਤ ਜਿਹੜੀ ਆ ਉਹ ਮਤਲਬ ਬਖਸ਼ੀ ਹੁੰਦੀ ਆ। ਹੁਣ ਮੈਨੂੰ ਕਈ ਵਾਰ ਮੇਰੇ ਮਿੱਤਰ ਨੇ ਰਛਪਾਲ ਰਸੀਲਾ ਜੀ, ਉਹ ਮੈਨੂੰ ਕਈ ਵਾਰ ਹੱਸਦੇ, ਮੈਂ ਉਹਨਾਂ ਨੂੰ ਕਈ ਵਾਰ ਕਹਿੰਦਾ ਹੁੰਦਾ, ਉਹ ਮੈਨੂੰ ਕਹਿੰਦੇ ਚੇਤਨਪੁਰੀ ਤੈਨੂੰ ਸਮਝ ਨਹੀਂ ਲੱਗੀ ਵੀ ਤੈਨੂੰ ਰੱਬ ਨੇ ਗਲਾ ਕਿਹੋ ਜਿਹਾ ਦਿੱਤਾ। ਮੇਰੀ ਉਹ ਸਿਫਤ ਕਰਦੇ ਆ, ਮੈਂ ਉਹ ਭਰਾ ਦੀ ਚਲੋ ਮਿਹਰਬਾਨੀ ਵੀ ਉਹ ਮੇਰੀ ਸਿਫਤ ਕਰਦੇ ਆ। ਇੱਥੇ ਆਣ ਕੇ ਚਲੋ ਮੇਰੇ ਜਦੋਂ ਮੈਂ ਰਿਹਾ ਆ ਬਠਿੰਡਿਓਂ ਬਦਲ ਕੇ ਇੱਥੇ ਆਇਆ, ਮੇਰੇ ਯਾਰੀ ਦੋਸਤੀ ਦੇ ਵਿੱਚ ਹਰਪਾਲ ਠੱਠੇ ਵਾਲਾ, ਇਹ ਸਾਰੇ ਜਿੰਨੇ ਰਸੀਲਾ ਸਾਹਿਬ, ਅਤੇ ਆਣ ਕੇ ਮੇਰੀ ਇਹਨਾਂ ਨਾਲ ਭਰਾਵਾਂ ਨਾਲ ਸਾਂਝ ਪਈ ਆ। ਅਤੇ ਫਿਰ ਯੂਨੀਅਨ ਬਣਾਈ, ਯੂਨੀਅਨ ਦੇ ਵਿੱਚ ਮੈਨੂੰ ਇਹਨਾਂ ਨੇ ਜਨਰਲ ਸਕੱਤਰ ਬਣਾਇਆ ਹੈ, ਅਤੇ ਵਧੀਆ ਲੱਗਾ। ਸਾਡਾ ਸਰਜੀਤ ਭੁੱਲਰ ਵੀ, ਇਹ ਸਾਰੇ ਆਪਣੇ ਮਿੱਤਰ ਜਿੰਨੇ ਹੀ ਇੱਥੋਂ ਦੇ ਕਲਾਕਾਰ, ਭਮਾ ਕੋਟ ਖਾਲਸਾ ਹੈ, ਬਲਵਿੰਦਰ ਜਹਾਂਗੀਰ, ਸ਼ੇਰਾ ਬੋੜ ਵਾਲੀਆ, ਕੀਮੇ ਵਾਲੀਆ, ਸਾਰੇ ਮੇਰੇ ਮਿੱਤਰ ਇੱਥੋਂ ਦੇ। ਬਾਕੀ ਉੱਥੇ ਅਸੀਂ ਜਦੋਂ ਯੂਨੀਅਨ ਦੂਜੀ ਬਣਾਈ, ਉਹਦੇ ਵਿੱਚ ਬਿੱਟੂ ਖੰਨੇ ਵਾਲਾ, ਹਾਕਮ ਬਖਤੀ ਵਾਲਾ, ਸਾਰੇ ਮਿੱਤਰ ਸਾਰੇ ਵਧੀਆ ਨੇ, ਗਾਉਂਦਾ ਕੋਈ ਮਾੜਾ ਨਹੀਂ, ਸਾਰੇ ਚੰਗੇ ਨੇ। ਲੇਕਿਨ ਬੰਦਾ ਆਪ ਮਾੜਾ ਹੁੰਦਾ, ਸਾਡਾ ਸੁਭਾਅ ਜਿਹੜਾ ਨਾ ਸੁਭਾਅ ਚੰਗਾ ਹੋਣਾ ਚਾਹੀਦਾ। ਪਰ ਕਈ ਜਿਹੜੇ ਆ ਉਹ ਕਲਾਕਾਰੀ ਵਾਂਗੂ ਜਿਹੜੇ ਦਿਲੋਂ ਹੋਰ ਤਰ੍ਹਾਂ ਦੇ ਹੁੰਦੇ ਆ। ਪਰ ਮੈਨੂੰ ਜਿੰਨੇ ਵੀ ਮੇਰੇ ਸੱਜਣ ਮਿਲੇ ਨੇ ਉਹ ਠੀਕ ਠਾਕ ਹੀ ਸਾਰੇ, ਮਤਲਬ ਕਿਸੇ ਨੇ ਉਹੋ ਜਿਹੀਆਂ ਨਹੀਂ ਕੀਤੀਆਂ, ਚਾਹੀਦੀਆਂ ਵੀ ਨਹੀਂ, ਬੰਦੇ ਨੂੰ ਬੰਦਾ ਸਮਝਣਾ ਚਾਹੀਦਾ। ਪਰ ਕਈ ਕਰਦੇ ਆ ਉਹੋ ਜਿਹੀਆਂ ਚਲਾਕੀਆਂ ਜਿਹੀਆਂ ਹੈ। ਅਤੇ ਹੁਣ ਜੇ ਕਿਸੇ ਕਲਾਕਾਰ ਦਾ ਨਾਂ ਰਹਿ ਗਿਆ ਹੋਵੇ ਅਤੇ ਮੈਂ ਉਹਨਾਂ ਕੋਲ ਮਾਫੀ ਮੰਗਦਾ ਵੀ। ਪਿਆਰੇ ਦਰਸ਼ਕੋ, ਇਹ ਸਨ ਸੁਖਵੰਤ ਚੇਤਨਪੁਰੀ ਜੀ, ਜੋ ਗੀਤਕਾਰ ਵੀ ਨੇ, ਗਾਇਕ ਵੀ ਨੇ, ਅਤੇ ਕਹਾਣੀ ਵੀ ਲਿਖਦੇ ਨੇ। ਇਸ ਦੇ ਨਾਲ ਨਾਲ ਸਿਹਤ ਵਿਭਾਗ ਦੇ ਵਿੱਚ ਨੌਕਰੀ ਕੀਤੀ, ਜਥੇਬੰਦੀਆਂ ਦੇ ਵਿੱਚ ਡਟ ਕੇ ਕੰਮ ਕੀਤਾ, ਕਾਮਰੇਡਾਂ ਵਾਲੇ ਇਹਨਾਂ ਦੇ ਵਿਚਾਰ ਨੇ, ਤਰਕਸ਼ੀ ਸੋਸਾਇਟੀ ਨਾਲ ਕੰਮ ਕੀਤਾ, ਔਰ ਬਹੁਤ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਪਛਾਣ ਬਣਾਈ ਇਹਨਾਂ ਨੇ। ਅਤੇ ਦੋਸਤੋ, ਇੱਥੇ ਚਾਹੁੰਦੇ ਹਾਂ ਇਜਾਜ਼ਤ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ, ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਮਹਾਂਵੀਰ ਸਿੰਘ ਗਿੱਲ। ਤੁਸੀਂ ਵੇਖਦੇ ਰਹੋ ਅਜੀਤ ਵੈੱਬ TV। ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ।